ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਉਹ ਵਿਸ਼ਾ ਹੈ ਕਿ ਹਿੰਸਾ ਦਾ ਰੁਝਾਨ ਖਤਰਨਾਕ। ਹਿੰਸਾ ਕਿਸੇ ਵੀ ਤਰ੍ਹਾਂ ਦੀ ਹੋਵੇ, ਜਾਤੀ ਆਧਾਰਿਤ ਹੋਵੇ, ਧਰਮ ਤੇ ਆਧਾਰਿਤ ਹੋਵੇ ਜਾਂ ਸਿਆਸਤ ਤੋਂ ਪ੍ਰੇਰਿਤ ਹੋਵੇ, ਜਿਵੇਂ ਮੌਬ ਲਿੰਚਿੰਗ ਕਿਹਾ ਜਾਂਦਾ, ਦੰਗੇ ਭੜਕਾਉਣੇ ਜਾਂ ਉਕਸਾਉਣਾ ਕਿਸੇ ਨੂੰ, ਇਹ ਅੱਜ ਕੱਲ੍ਹ ਜਿਹੜਾ ਆਪਾਂ ਭਾਰਤ ਦੇ ਵਿੱਚ ਦੇਖ ਰਹੇ ਹਾਂ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਵੀ ਲਗਾਤਾਰ ਹਿੰਸਾ ਦਾ ਰੁਝਾਨ ਜਿਹੜਾ ਉਹ ਵੱਧਦਾ ਜਾ ਰਿਹਾ, ਜਿਹਦੇ ਨਾਲ ਆਮ ਲੋਕ ਜਿਹੜੇ ਅਮਨ ਪਸੰਦ ਨੇ, ਜਿਹੜੇ ਚਾਹੁੰਦੇ ਨੇ ਕਿ ਵਿਕਾਸ ਹੋਵੇ, ਪਰ ਇਹ ਵਿਕਾਸ ਦੇ ਰਾਹ 'ਚ ਵੀ ਅੜਿੱਕਾ ਡਾਉਂਦੀ ਹੈ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਮੇਰੇ ਨਾਲ ਡਾਕਟਰ ਅਰੁਣ ਮਿੱਤਰਾ ਜੀ ਮੌਜੂਦ ਨੇ, ਜਿਹੜੇ ਉੱਘੇ ਚਿੰਤਕ ਨੇ ਇਹਨਾਂ ਮਸਲਿਆਂ ਨੂੰ ਲੈ ਕੇ, ਦੇਸ਼ ਵਿਦੇਸ਼ ਦੇ ਮਸਲਿਆਂ ਨੂੰ ਲੈ ਕੇ। ਜਦੋਂ ਇਹਨਾਂ ਦਾ ਇੱਕ ਲੇਖ ਅਖਬਾਰਾਂ ਦੇ ਵਿੱਚ ਛਪਦਾ ਹੈ ਤਾਂ ਕਿਤੇ ਨਾ ਕਿਤੇ ਇਸ ਉੱਤੇ ਗੱਲ ਕਰਨੀ ਜ਼ਰੂਰ ਬਣਦੀ ਹੈ। ਇਸੇ ਕਰਕੇ ਮੈਂ ਡਾਕਟਰ ਸਾਹਿਬ ਤੱਕ ਪਹੁੰਚ ਕੀਤੀ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪੰਜਾਬਿਸਤਾਨ ਟੀਵੀ ਤੇ। ਜੀ ਧੰਨਵਾਦ ਜੀ, ਸ਼ੁਕਰੀਆ। ਡਾਕਟਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਜਦੋਂ ਤੁਸੀਂ ਇਹ ਗੱਲ ਲਿਖਦੇ ਹੋ ਕਿ ਹਿੰਸਾ ਦਾ ਰੁਝਾਨ ਜਿਹੜਾ ਉਹ ਖਤਰਨਾਕ ਹੈ, ਤੇ ਇਸ ਖਤਰਨਾਕ ਰੁਝਾਨ ਦਾ ਆਪਾਂ ਕੀ ਕਹੀਏ ਕਿ ਇਹ ਕਿਉਂ ਵੱਧਦਾ ਹੈ, ਕਾਰਨ ਕੀ ਹੈ, ਇਹਦੇ ਪਿੱਛੇ ਕੌਣ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਹਿੰਸਾ ਰਵੇ ਤੇ ਅਸੀਂ ਜਿਹੜਾ ਉਹ ਇਸ ਤੋਂ ਕੋਈ ਨਾ ਕੋਈ ਲਾਹਾ ਲੈਂਦੇ ਰਹੀਏ? ਪਹਿਲੀ ਗੱਲ ਤੇ ਮੈਂ ਇੱਕ ਡਾਕਟਰ ਹਾਂ ਜੀ। ਤੇ ਜਦੋਂ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਹੈ ਜਾਂ ਹਿੰਸਾ ਦਾ ਸ਼ਿਕਾਰ ਹੁੰਦਾ ਹੈ, ਉਹ ਡਾਕਟਰ ਕੋਲ ਹੀ ਜਾਂਦਾ ਹੈ। ਉਸ ਵੇਲੇ ਡਾਕਟਰ ਦੇ ਸਾਹਮਣੇ ਬੜੀ ਇੱਕ ਕਸ਼ਟਦਾਈ ਹਾਲਾਤ ਹੁੰਦੇ ਹਨ ਉਹਦੇ ਲਈ ਕਿ ਕੋਈ ਬੰਦਾ ਸੱਟਾ ਖਾ ਕੇ ਆਇਆ, ਜ਼ਿਆਦਾ ਉਹਨੂੰ ਸੱਟਾਂ ਵੱਜੀਆਂ ਜਾਂ ਥੋੜ੍ਹੀਆਂ ਵੱਜੀਆਂ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਸੱਟ ਤੇ ਉਹਨੂੰ ਵੱਜੀ ਜਿਸ ਕਰਕੇ ਉਹਨੂੰ ਇੱਕ ਡਾਕਟਰ ਕੋਲ ਜਾਣਾ ਪਿਆ। ਇਸ ਲਈ ਇਹ ਸਥਿਤੀ, ਕਿਉਂਕਿ ਸਾਡੀ ਜਿਹੜੀ ਬੇਸਿਕ ਟ੍ਰੇਨਿੰਗ ਹੈ ਉਹ ਹੈ ਪ੍ਰੀਵੈਂਸ਼ਨ ਆਫ ਡਿਜ਼ੀਜ਼, ਤਾਂ ਕਿ ਬਿਮਾਰੀਆਂ ਦਾ ਰੋਕਥਾਮ। ਸੋ ਹਿੰਸਾ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੈ। ਹਿੰਸਾ ਨੂੰ ਰੋਕਣਾ ਜ਼ਰੂਰੀ ਹੈ। ਇੱਕ ਡਾਕਟਰ ਦੇ ਤੌਰ ਤੇ ਪਹਿਲੀ ਤੇ ਤੁਸੀਂ ਇਹਨੂੰ ਫਿਲੋਸੋਫੀਕਲ ਗੱਲ ਕਰ ਲਓ ਜਾਂ ਮੈਡੀਕਲ ਪੁਆਇੰਟ ਆਫ ਵਿਊ ਨਾਲ ਕਰ ਲਓ, ਤੇ ਹਿੰਸਾ ਵੀ ਇੱਕ ਕਿਸਮ ਦੀ, ਜੇ ਅਸੀਂ ਬਿਮਾਰੀ ਲਈ, ਤੇ ਹਿੰਸਾ ਨੂੰ ਰੋਕਣਾ ਬੜਾ ਜ਼ਰੂਰੀ ਹੈ। ਤੁਸੀਂ ਉਹਦੇ ਕਾਰਨ ਤੇ ਉਹਦੇ ਵੱਖੋ ਵੱਖਰੇ ਹੋ ਸਕਦੇ ਹਨ, ਹਾਲਾਤ ਦੇ ਮੁਤਾਬਕ ਹੋ ਸਕਦੇ ਹਨ। ਕਈ ਵਾਰੀ ਛੋਟੀ ਮੋਟੀ ਹਿੰਸਾ, ਕੋਈ ਦੋ ਦੋਸਤ ਹੀ ਆਪਸ ਵਿੱਚ ਲੜ ਪੈਂਦੇ ਹਨ ਕਿਸੇ ਗੱਲ ਤੇ, ਥੋੜੀ ਬਹੁਤੀ ਗਰਮੀ ਹੋਈ, ਇਹ ਉਹਨਾਂ ਦੀ ਮਾਨਸਿਕਤਾ ਥੋੜੀ ਦੇਰ ਲਈ ਗਰਮੀ ਖਾ ਜਾਂਦੀ ਹੈ। ਹੁਣ ਜੋ ਮਿੱਤਰ ਵੀ ਰਹੇ ਹੁੰਦੇ ਹਨ, ਪਰ ਕਿਸੇ ਗੱਲ ਤੇ ਲੜ ਪਏ, ਹਿੰਸਾ ਹੋ ਗਈ। ਜਾਂ ਇੱਕ ਸੀਰੀਅਸ ਮਸਲਾ ਹੈ ਘਰੇਲੂ ਡੋਮੈਸਟਿਕ ਵਾਇਲੈਂਸ, ਇਹ ਜ਼ਿਆਦਾਤਰ ਪੁਰਸ਼ਾਂ ਵੱਲੋਂ ਇਸਤਰੀਆਂ ਤੇ ਹੁੰਦੀ ਹੈ। ਇਹ ਵੀ ਇੱਕ ਜੋ ਹੈ ਮਸਲਾ ਹੈ। ਇਹ ਵੀ ਉਹ ਵੀ ਜੋ ਔਰਤ ਹੈ ਉਹਨੂੰ, ਜਾਂ ਜੋ ਵੀ ਪੀੜਤ ਹੈ ਉਸ ਹਾਲਾਤ ਦੇ ਵਿੱਚ, ਉਹਨੂੰ ਵੀ ਸੱਟਾਂ ਵੱਜਦੀਆਂ ਹਨ, ਉਹ ਵੀ ਹਿੰਸਾ ਹੈ। ਫਿਰ ਹੈ ਸਮਾਜੀ ਤੌਰ ਤੇ ਹਿੰਸਾ। ਸਮਾਜੀ ਤੌਰ ਤੇ ਹਿੰਸਾ, ਜਿਵੇਂ ਤੁਸੀਂ ਆਪਣੀ ਜੋ ਸ਼ੁਰੂਆਤ ਵਿੱਚ ਪਰਿਚੈ ਵਿੱਚ ਕਿਹਾ ਕਿ ਹਿੰਸਾ ਕਈ ਵਾਰੀ ਜਾਤੀ ਆਧਾਰਿਤ ਹੋ ਸਕਦੀ ਹੈ, ਕਈ ਵਾਰੀ ਧਰਮ ਤੇ ਆਧਾਰਿਤ ਹੋ ਸਕਦੀ ਹੈ, ਕਈ ਵਾਰੀ ਰਾਜਨੀਤੀ ਨਾਲ ਪ੍ਰੇਰਿਤ ਹੋ ਸਕਦੀ ਹੈ। ਤੇ ਜੇ ਤੁਸੀਂ ਅਗਰ ਕੌਮਾਂਤਰੀ ਹਿੰਸਾ ਦੀਆਂ ਗੱਲਾਂ ਕਰੋ ਤਾਂ ਦੁਨੀਆ ਵਿੱਚ ਇੱਕ ਮਿਲਟਰੀ ਇੰਡਸਟਰੀਅਲ ਕੰਪਲੈਕਸ ਹੈ, ਜਿਹਨੇ ਹਥਿਆਰ ਵੇਚਣੇ, ਉਹਨਾਂ ਦੀ ਕਮਾਈ ਇਸੇ ਗੱਲ 'ਚ ਹੈ। ਹਥਿਆਰ ਵਿਕਣ, ਉਹਨਾਂ ਦੀ ਪ੍ਰੋਫਿਟੀਰਿੰਗ, ਉਹਨਾਂ ਦਾ ਮਾਲ ਵਿਕੇ, ਉਹ ਫਿਰ ਵੱਡੀ ਤੌਰ ਤੇ ਹਿੰਸਾ ਕਰਾਉਂਦੇ ਹਨ, ਜਿਵੇਂ ਕਿ ਅਸੀਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਅੱਜ ਕੱਲ੍ਹ ਦੇਖ ਰਹੇ ਹਾਂ। ਤੇ ਕਈ ਵਾਰੀ ਕੁਝ ਲੋਕਾਂ ਦੇ ਮਸਲੇ ਹੁੰਦੇ ਹਨ, ਉਹਨਾਂ ਲਈ ਉਹ ਮਤਲਬ ਬੋਲਦੇ ਹਨ, ਜਦੋਂ ਸਰਕਾਰਾਂ ਨਹੀਂ ਸੁਣਦੀਆਂ, ਫਿਰ ਉਹ ਕਈ ਵਾਰਾਂ ਚਾਹੀਦਾ ਤੇ ਨਹੀਂ, ਪਰ ਸ਼ਾਂਤ ਪ੍ਰਿਯ ਅੰਦੋਲਨ ਵੀ ਕਈ ਦਫਾ ਹਿੰਸਕ ਰੂਪ ਅਖਤਿਆਰ ਕਰ ਲੈਂਦੇ ਹਨ। ਇਹ ਵੀ ਹੁੰਦਾ ਹੈ। ਸੋ ਹੋਰ ਅੱਗੇ ਜਿਵੇਂ ਤੁਸੀਂ ਗੱਲ ਕਰੋਗੇ, ਗੱਲ ਕਰਾਂ। ਜਿਸ ਤਰ੍ਹਾਂ ਮਿਆਂਮਾਰ ਦੇ ਵਿੱਚ ਹੋ ਰਿਹਾ, ਤੁਸੀਂ ਲੇਖ ਦੇ ਵਿੱਚ ਲਿਖਿਆ ਕਿ ਮਿਆਂਮਾਰ ਦੇ ਵਿੱਚ ਕਿਸ ਤਰ੍ਹਾਂ ਦੰਗੇ ਭੜਕੇ, ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹਨਾਂ ਦਾ ਕਤਲੇਆਮ ਹੋਇਆ, ਤੇ ਲੋਕ ਉੱਥੋਂ ਨਿਕਲ ਕੇ ਉਸ ਮੁਲਕ ਵਿੱਚੋਂ ਸਾਡੇ ਵੱਲ ਆਉਣ ਨੂੰ, ਭਾਰਤ ਵੱਲ ਜਾਂ ਬੰਗਲਾਦੇਸ਼ ਵੱਲ ਆਉਣ ਨੂੰ ਉੱਥੋਂ ਕੂਚ ਕਰ ਰਹੇ ਨੇ, ਜਾਂ ਕਈ ਪਹੁੰਚ ਵੀ ਚੁੱਕੇ ਨੇ। ਹਾਂਜੀ, ਦੇਖੋ ਮਿਆਂਮਾਰ ਵਿੱਚ ਬਹੁਤ ਹੀ ਗੰਭੀਰ ਸਥਿਤੀ ਹੈ। ਪਹਿਲੇ ਹੀ ਕਿੰਨੇ ਸਾਲਾਂ ਬਾਅਦ ਸਾਂਗ ਸੂੰਗ ਚੀ ਜਿਹੜੀ ਹੈ ਉਹਨਾਂ ਦੀ ਪ੍ਰਧਾਨ ਮੰਤਰੀ ਸੀ, ਕਿੰਨੇ ਸਾਲ ਉਹਨੇ ਮਤਲਬ ਜੇਲ੍ਹ ਵੀ ਕੱਟੀ ਤੇ ਉਹਨੇ ਲੜਾਈ ਵੀ ਲੜੀ, ਮਿਲਟਰੀ ਜਨਤਾ ਹਟੀ, ਲੇਕਿਨ ਪੂਰੀ ਤਰ੍ਹਾਂ ਨਹੀਂ ਹਟੀ ਮਿਲਟਰੀ ਜਨਤਾ ਉੱਥੋਂ, ਉਹਦੇ ਅਧੀਨ ਉਹਨੂੰ ਕੰਮ ਵੀ ਕਰਨਾ ਪਿਆ। ਫਿਰ ਫੌਜ ਨੂੰ ਜਿਹੜੀ ਹੈ ਆਪਣੀ ਤਾਕਤ ਚਾਹੀਦੀ ਹੈ, ਇਸ ਲਈ ਉਹਨਾਂ ਨੇ ਇਹ ਜੋ ਵਾਇਲੈਂਸ ਕਰ ਰਹੀ ਹੈ ਸਾਰੀ ਫੌਜ, ਇਹ ਜੋ ਨਿਖੇਧੀਯੋਗ ਹੈ, ਇਹ ਵਾਇਲੈਂਸ ਨਹੀਂ ਹੋਣੀ ਚਾਹੀਦੀ। ਉਹਦੇ
ਲੋਕਤੰਤਰਿਕ ਦੇ ਵਿੱਚ, ਲੋਕਤੰਤਰਿਕ ਸਿਸਟਮ ਦੇ ਵਿੱਚ ਹਿੰਸਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕਿਉਂਕਿ ਜਦੋਂ ਆਪਾਂ ਇੱਕ ਆਈਡੀਓਲੋਜੀ ਕਿ ਕਿਸੇ ਖਾਸ ਆਈਡੀਓਲੋਜੀ ਨੂੰ, ਕਿਸੇ ਖਾਸ ਜਿਹੜੀ ਸੋਚ ਨੂੰ ਉਹ ਕਿਸੇ ਉੱਤੇ ਥੋਪਣਾ, ਤੇ ਫਿਰ ਜੋ ਨਹੀਂ ਪ੍ਰਵਾਨ ਕਰਦਾ ਫਿਰ ਤੁਸੀਂ ਹਿੰਸਾਤਮਕ ਹੋ ਜਾਂਦੇ ਹੋ। ਹਿੰਸਾ ਜੇ ਕਿਸੇ ਤੇ ਥੋਪਣ ਵਾਲੀ ਜਿਹੜੀ ਗੱਲ ਹੈ ਨਾ, ਉਹ ਬਿਲਕੁਲ ਗਲਤ ਹੈ। ਜਦੋਂ ਅਸੀਂ ਕਿਸੇ ਸਮਾਜ ਨੂੰ ਲੋਕਤੰਤਰਿਕ ਕਹਿੰਦੇ ਹਾਂ ਤਾਂ ਉਸਦੇ ਵਿੱਚ ਲੋਕਾਂ ਦੀ ਐਸਪੀਰੇਸ਼ਨਸ ਨੇ, ਅਲੱਗ-ਅਲੱਗ ਕਿਸਮ ਦੇ ਲੋਕ ਨੇ। ਜਿਵੇਂ ਤੁਸੀਂ ਭਾਰਤੀ ਸਮਾਜ ਹੀ ਲੈ ਲਓ, ਭਾਰਤੀ ਸਮਾਜ ਵਿੱਚ ਤੇ ਬਹੁਤ ਹੀ ਵਖਰੇਵਾਂ ਜੀ। ਇਹ ਮਤਲਬ ਸਾਡੀ ਮਹਾਨਤਾ ਹੈ। ਤੇ ਸਾਡੇ ਸਮਾਜ ਵਿੱਚ ਸਦੀਆਂ ਤੋਂ ਤੁਸੀਂ ਕਹਿ ਲਓ ਕਿ ਜਾਤੀਗਤ ਹਿੰਸਾ ਇੱਥੇ ਰਹੀ ਹੈ। ਇੱਕ ਹਿੱਸੇ ਨੂੰ ਇਨਸਾਨ ਦੇ ਤੌਰ ਤੇ ਵੀ ਨਹੀਂ ਮਤਲਬ ਦੇਖਿਆ ਗਿਆ, ਕੁਝ ਹਿੱਸਿਆਂ ਵੱਲੋਂ, ਸਾਰੇ ਵੱਲੋਂ ਨਹੀਂ ਮੈਂ ਕਹਿ ਰਿਹਾ, ਕੁਝ ਹਿੱਸਿਆਂ ਵੱਲੋਂ ਉਹਨਾਂ ਤੇ ਤੁਸੀਂ ਹਿੰਸਾ ਮਾਨਸਿਕ ਅਤੇ ਸਰੀਰਕ ਦੋਨੋਂ ਕਿਸਮ ਦੀ ਹਿੰਸਾ ਰਹੀ ਹੈ। ਜੇ ਤੁਸੀਂ ਹਾਂਜੀ, ਉਹ ਦੋਨੋਂ ਕਿਸਮ ਦੀ ਹਿੰਸਾ ਰਹੀ ਹੈ। ਇਸ ਸਾਡੇ ਮੁਲਕ ਦਾ ਵਖਰੇਵਾਂ ਜਿਹੜਾ ਵੈਸੇ ਮਹਾਨ ਹੈ ਬਹੁਤ, ਕਿ ਅਸੀਂ ਇਕੱਠੇ ਰਹਿ ਰਹੇ ਹਾਂ, ਪਰ ਇਹ ਉਹਦਾ ਇੱਕ ਬੁਰਾ ਪੱਖ ਸਾਡੇ ਮੁਲਕ 'ਚ ਇਤਿਹਾਸ ਵਿੱਚ ਰਿਹਾ ਹੈ, ਜੋ ਕੁਝ ਹੱਦ ਤੱਕ ਹੁਣ ਵੀ ਹੈ, ਪੂਰੀ ਤਰ੍ਹਾਂ ਸਮਾਪਤ ਨਹੀਂ ਹੋਇਆ। ਇੰਨੇ ਵਿਗਿਆਨਕ ਯੁੱਗ ਦੇ ਆਉਣ ਤੋਂ ਬਾਅਦ ਜੇ ਅਸੀਂ ਸਮਝਦੇ ਹਾਂ ਕਿ ਜੇ ਵਿਗਿਆਨ ਆਉਂਦਾ ਹੈ ਤਾਂ ਸਾਡੀ ਅਕਲ 'ਚ ਵਾਧਾ ਹੋਣਾ ਚਾਹੀਦਾ ਹੈ, ਸਾਡੇ ਸਭ 'ਚ ਜੋ ਵਿਗਿਆਨਕ ਦ੍ਰਿਸ਼ਟੀਕੋਣ ਬਣਨਾ ਚਾਹੀਦਾ ਹੈ, ਪਰ ਉਹ ਅਫਸੋਸ ਦੀ ਗੱਲ ਹੈ ਕਿ ਉਹ ਹਾਲੇ ਨਹੀਂ ਬਣਿਆ। ਅਸੀਂ ਕਈ ਵਾਰੀ ਫਿਰ ਇਸ ਲਈ ਧਰਮ ਜਾਤਾਂ, ਅਸੀਂ ਇਨਸਾਨ ਨੂੰ ਇਨਸਾਨ ਨਾ ਸਮਝ ਕੇ ਉਹਨਾਂ ਨੂੰ ਛੋਟੀਆਂ ਛੋਟੀਆਂ ਗੱਲਾਂ 'ਚ ਵੰਡ ਕੇ ਫਿਰ ਇੱਕ ਹਿੰਸਾ ਦਾ ਰੂਪ ਅਸੀਂ ਇਹ ਅਖਤਿਆਰ ਕਰਦੇ ਹਾਂ। ਉਹਨਾਂ ਦੇ ਜੋ ਘੱਟ ਨੇ, ਸਾਡੇ ਤੋਂ ਕਮਜ਼ੋਰ ਵਰਗ ਹੈ, ਉਹਦੇ ਖਿਲਾਫ ਅਸੀਂ ਹਿੰਸਾ ਕਰਦੇ ਹਾਂ, ਜੋ ਕਿ ਗਲਤ। ਫਿਰ ਕਈ ਦਫਾ ਜੋ ਕਮਜ਼ੋਰ ਵਰਗ ਹੈ ਉਹ ਵੀ ਫਿਰ ਆਪਣੇ ਜਵਾਬ ਵਿੱਚ ਹਿੰਸਾ ਕਰਦਾ ਹੈ। ਸੋ ਹਿੰਸਾ ਆਮ ਤੌਰ ਤੇ ਜਿਹੜੇ ਸ਼ਕਤੀਸ਼ਾਲੀ ਵਰਗ ਹੈ, ਬਿਲਕੁਲ, ਭਾਵੇਂ ਉਹ ਕਿਸੇ ਰੂਪ 'ਚ ਵੀ ਸ਼ਕਤੀਸ਼ਾਲੀ ਹੈ, ਉਹਦੇ ਵੱਲੋਂ ਹੁੰਦੀ ਹੈ। ਧਰਮ ਆਧਾਰਿਤ ਹਿੰਸਾ ਹੁੰਦੀ ਹੈ, ਫਿਰਕੂਵਾਦ। ਬਾਅਦ ਦੇ ਵਿੱਚ ਇਹੋ ਜਿਹੇ ਹਿੰਸਾਵਾਂ ਨੂੰ ਜਿਹੜਾ ਉਹ ਨਾਮ ਦੇ ਦਿੱਤਾ ਜਾਂਦਾ ਹੈ ਕਿ ਇਹ ਜੀ ਮੌਬ ਲਿੰਚਿੰਗ ਹੈ, ਜਦ ਕਿ ਉਹ ਸਾਫ਼ ਤੌਰ ਤੇ, ਸਿੱਧੇ ਤੌਰ ਤੇ ਦਿਖਦਾ ਹੈ ਕਿ ਇਹ ਕਤਲੇਆਮ ਹੈ ਤੇ ਸਾਫ਼ ਹੈ, ਸਾਡੇ ਸਾਹਮਣੇ ਹੈ, ਸਾਡੀਆਂ ਅੱਖਾਂ ਦੇ ਸਾਹਮਣੇ ਹੈ, ਫਿਰ ਵੀ ਇਨਸਾਫ ਨਹੀਂ ਇਹੋ ਜਿਹੇ ਮਸਲਿਆਂ ਦੇ ਵਿੱਚ। ਹਾਂ, ਇਹ ਦੇਖੋ ਕਿੰਨੀ ਮਾੜੀ ਗੱਲ। ਇਹ ਜਿਹੜੀ ਹੈ ਨਾ ਮੌਬ ਲਿੰਚਿੰਗ ਦਾ ਮਸਲਾ, ਜਾਂ ਤੁਸੀਂ ਕੋਈ ਭੀੜਾਂ ਦੁਆਰਾ ਹਿੰਸਾ, ਇਹ ਪਿਛਲੇ 4-5 ਸਾਲ ਤੋਂ ਹੀ ਜ਼ਿਆਦਾ ਦੇਖਣ ਵਿੱਚ ਆ ਰਿਹਾ। ਉਸ ਤੋਂ ਪਹਿਲੇ ਕਦੇ ਕੋਈ ਖਬਰ ਆ ਜਾਂਦੀ ਸੀ, ਉਹ ਜ਼ਿਆਦਾਤਰ ਉਦੋਂ ਆਉਂਦੀ ਸੀਗੀ ਜਦੋਂ ਕੋਈ ਚੋਰ ਆ ਗਿਆ ਮੁਹੱਲੇ 'ਚ ਤੇ ਲੋਕਾਂ ਨੇ ਫੜ ਕੇ ਉਹਨੂੰ ਕੁੱਟਿਆ ਤੇ ਉਹ ਮਰ ਗਿਆ। ਉਦੋਂ ਮਤਲਬ ਕਿ ਉਸ ਵੇਲੇ ਕਾਨੂੰਨ ਦਾ ਸਹਾਰਾ ਨਾ ਲੈ ਕੇ ਤੇ ਲੋਕਾਂ ਨੇ ਆਪਣੇ ਹੱਥ 'ਚ ਕਾਨੂੰਨ ਲੈ ਲਿਆ ਤੇ ਉਹਨੂੰ ਇੰਨਾ ਕੁੱਟਿਆ ਕਿ ਉਹ ਮਰ ਗਿਆ। ਇੱਦਾਂ ਦੀਆਂ ਘਟਨਾਵਾਂ ਤਾਂ ਹੁੰਦੀਆਂ ਸੀ, ਲੇਕਿਨ ਉਹ ਇੱਕਾ ਦੁੱਕਾ। ਹੁਣ ਇਹ ਕਿ ਇਹ ਜੇ ਮੌਬ ਲਿੰਚਿੰਗ ਜਾਂ ਜੋ ਭੀੜਾਂ ਦੁਆਰਾ ਹਿੰਸਾ ਹੈ, ਇਹਨੇ ਜੋ ਫਿਰਕੂ ਰੰਗਤ ਉਹਨੂੰ ਜਾਣਬੁੱਝ ਕੇ ਦਿੱਤੀ ਗਈ ਹੈ। ਮੈਂ ਨਹੀਂ ਕਹਿੰਦਾ ਇਹ ਆਪਣੇ ਆਪ ਨਹੀਂ ਹੋਈ ਹੈ, ਇਹ ਬਕਾਇਦਾ ਉਹਦੇ ਲਈ ਇੱਕ ਮਾਹੌਲ ਬਣਾਇਆ ਗਿਆ। ਕੁਝ ਫਿਰਕਿਆਂ ਦੇ ਖਿਲਾਫ ਲੋਕਾਂ ਦੀ ਮਾਨਸਿਕਤਾ ਬਣਾਈ ਗਈ ਹੈ, ਫਿਰ ਉਹਨਾਂ ਨੂੰ ਹਿੰਸਾ ਲਈ ਉਕਸਾਇਆ ਗਿਆ ਹੈ, ਤੇ ਉਹਦੇ ਵਿੱਚ ਫਿਰ ਕਈ ਨੌਜਵਾਨਾਂ ਨੂੰ ਇਹ ਇੰਨਾ ਉਕਸਾ ਦਿੱਤਾ ਗਿਆ ਕਿ ਉਸ ਮਾਹੌਲ ਦੇ ਵਿੱਚ। ਨੰਬਰ 2 ਗੱਲ ਇਹਦੇ 'ਚ ਇਹ ਵੀ ਹੈ ਵੀ ਜੇ ਰਾਜ ਵੱਲੋਂ ਜਾਂ ਸਰਕਾਰਾਂ ਵੱਲੋਂ ਜਦੋਂ ਉਹਨਾਂ ਨੂੰ ਪ੍ਰੋਟੈਕਸ਼ਨ ਮਿਲਦੀ ਹੈ, ਸਹਾਰਾ ਮਿਲਦਾ ਹੈ, ਫਿਰ ਉਹ ਵੱਧ ਚੜ ਕੇ ਐਸੀ ਹਿੰਸਾ ਕਰਦੇ। ਅਗਰ ਉਹਨਾਂ ਨੂੰ ਡਰ ਹੋਏ ਨਾ ਕਿ ਵੀ ਸਾਨੂੰ ਰਾਜ ਵੱਲੋਂ ਸਹਾਰਾ ਨਹੀਂ ਮਿਲੇਗਾ, ਫਿਰ ਥੋੜਾ ਘੱਟ ਹੋ ਜਾਂਦੀ ਹੈ ਹਿੰਸਾ ਦੀ ਪ੍ਰਵਿਰਤੀ, ਸੋਚ ਇਸ ਕਿਸਮ ਦੀ ਹਿੰਸਾ ਦੀ। ਪਰ ਅਗਰ ਤੁਸੀਂ ਕਹੋ ਕਿ ਉਹਨਾਂ ਨੂੰ ਰਾਜ ਵੱਲੋਂ, ਸਰਕਾਰਾਂ ਵੱਲੋਂ ਬਾਅਦ 'ਚ ਅਗਰ ਉਹਨਾਂ ਨੂੰ ਸਿਰਫੇ ਦਿੱਤੇ ਜਾਣਗੇ ਜੀ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, ਤੇ ਫਿਰ ਉਹ ਕਿਉਂ ਨਾ ਕਰਨਗੇ ਹਿੰਸਾ? ਇੱਕ ਤਾਂ ਉਹਨਾਂ ਦਾ ਹਿੰਸਾ ਵੀ ਹੋ ਗਈ, ਉਹਨਾਂ ਦਾ ਕੰਮ ਵੀ ਹੋ ਗਿਆ, ਨੌਕਰੀਆਂ ਵੀ ਮਿਲ ਗਈਆਂ, ਸਿਰਫੇ ਵੀ ਮਿਲ ਗਏ, ਇੱਜ਼ਤ ਮਾਣ ਮਿਲ ਗਿਆ ਸਮਾਜ 'ਚ। ਇਹ ਜਿਹੜੀ ਆ ਬਹੁਤ ਹੀ ਦੁਖਦਾਈ ਗੱਲ ਹੈ, ਇਹ ਅਤੀ ਨਿਖੇਧੀਯੋਗ ਗੱਲ ਹੈ, ਜਿਹੜੀ ਕਿ ਸਮਾਪਤ ਹੋਣੀ ਚਾਹੀਦੀ, ਬੰਦ ਹੋਣੀ ਚਾਹੀਦੀ ਜੀ। ਡਾਕਟਰ ਸਾਹਿਬ, ਜਿਹੜਾ ਇਹ ਰੁਝਾਨ ਵੱਧਦਾ ਹੈ, ਇਹਨੂੰ ਕਿੱਦਾਂ ਦੇਖਦੇ ਹੋ ਕਿ ਇਸ ਦੇ ਪਿੱਛੇ ਸਿਆਸੀ ਕਾਰਨ ਕਿਹੜੇ ਰਹਿ ਜਾਂਦੇ ਨੇ? ਸਿਆਸੀ ਲੋਕ ਕਿਉਂ ਇਹਨੂੰ ਪੁਸ਼ਤ ਬਣਾਈ ਦਿੰਦੇ ਨੇ ਇਸ ਚੀਜ਼ ਨੂੰ? ਦੇਖੋ ਜੀ, ਜੇ ਸਿਆਸਤ, 2 ਕਿਸਮ ਦੀ ਸਿਆਸਤ ਹੋ ਸਕਦੀ ਹੈ। ਸਾਡੇ ਦੇਸ਼ 'ਚ ਭਗਤ ਸਿੰਘ ਨੇ ਵੀ ਸਿਆਸਤ ਕੀਤੀ, ਸਾਡੇ ਦੇਸ਼ 'ਚ ਕਰਤਾਰ ਸਿੰਘ ਸਰਾਭਾ ਨੇ ਵੀ ਸਿਆਸਤ ਕੀਤੀ, ਤੇ ਸਾਡੇ ਦੇਸ਼ ਕਰਤਾਰ ਸਿੰਘ ਸਰਾਭਾ ਨੂੰ ਫੜਾਉਣ ਵਾਲੇ ਨੇ ਵੀ ਸਿਆਸਤ ਕੀਤੀ। ਉਹਦੀ ਸਿਆਸਤ ਸੀ ਜੁੜੀ ਹੋਈ ਅੰਗਰੇਜ਼ਾਂ ਦੇ ਨਾਲ, ਉਹਨਾਂ ਦਾ ਪੈਰੋਕਾਰ ਬਣ ਗਿਆ। ਲੇਕਿਨ ਕਰਤਾਰ ਸਿੰਘ ਸਰਾਭਾ ਨੇ ਜਾਂ ਭਗਤ ਸਿੰਘ ਨੇ ਜਾਂ ਅਸ਼ਫਾਕ ਉੱਲਾ ਖਾਨ ਨੇ ਜਾਂ ਰਾਮ ਪ੍ਰਸਾਦ ਬਿਸਮਿਲ, ਇਹਨਾਂ ਨੇ ਜਾਂ ਹੋਰ ਜੋ ਅਹਿੰਸਕ ਤੌਰ ਆਪਣੇ ਜੋ ਦੂਸਰੇ ਸੀਗੇ ਲੋਕ, ਉਹਨਾਂ ਨੇ ਸਿਆਸਤ ਕੀਤੀ ਅੰਗਰੇਜ਼ ਦੇ ਖਿਲਾਫ, ਉਹਨਾਂ ਨੂੰ ਇੱਥੋਂ ਬਾਹਰ ਕੱਢਣ ਲਈ, ਦੇਸ਼ ਦੀ ਆਜ਼ਾਦੀ ਲਈ। ਸੋ ਲੇਕਿਨ ਕੁਝ ਸ਼ਕਤੀਆਂ ਹਾਲੇ ਵੀ ਸਾਡੇ ਦੇਸ਼ ਮੌਜੂਦ ਹਨ
ਜੋ ਕਿ ਇਹ ਸਮਝਦੀਆਂ ਹਨ ਕਿ ਇਹ ਫਿਰਕੇਦਾਰਾਨਾ ਤੌਰ ਤੇ ਸੰਪਰਦਾਇਕ ਤੌਰ ਤੇ ਸਮਾਜ ਨੂੰ ਵੰਡ ਕੇ ਉਹ ਇੱਥੇ ਸੱਤਾ ਵਿੱਚ ਕਾਬਜ਼ ਰਹਿ ਸਕਦੀਆਂ ਹਨ। ਉਹ ਸ਼ਕਤੀਆਂ ਦੇ ਕੋਲ ਹੋਰ ਕੁਝ ਗੱਲ ਹੈ ਨਹੀਂ ਕਹਿਣ ਨੂੰ। ਨਾ ਤੇ ਉਹਨਾਂ ਕੋਲ ਕੋਈ ਵਿਕਾਸ ਦਾ ਮਾਡਲ ਹੈ, ਨਾ ਉਹਨਾਂ ਕੋਲ ਕੋਈ ਸਮਾਜ ਭਲਾਈ ਦਾ ਮਾਡਲ ਹੈ। ਉਹਦੇ ਲਈ ਗੱਲਾਂ ਨੇ ਸਿਰਫ, ਪਰ ਇਹ ਜ਼ਹਿਰ ਫੈਲਾਉਣ ਦਾ ਜ਼ਰੂਰ ਉਹਨਾਂ ਨੂੰ ਜਾਂਚ ਹੈ। ਉਸ ਜ਼ਹਿਰ ਨੂੰ ਫੈਲਾ ਕੇ ਸਮਾਜ ਵਿੱਚ ਵੰਡੀਆਂ ਪਾ ਕੇ ਉਹ ਜੋ ਹਿੰਸਾ ਜਿਹੜੀ ਹੈ ਉਸ ਨੂੰ ਕਰਵਾਉਂਦੇ ਹਨ, ਬਕਾਇਦਾ ਫਿਰ ਉਸ ਨੂੰ ਵਰਤਦੇ ਹਨ, ਫਿਰ ਲੋਕਾਂ 'ਚ ਜਾ ਕੇ ਉਸ ਨੂੰ ਉਕਸਾਉਂਦੇ ਹਨ। ਉਹਦੇ ਲਈ ਫਿਰ ਝੂਠ ਮੂਠ ਘੜਦੇ ਹਨ, ਮਨ ਘੜਾਉਣ ਤੇ ਇਤਿਹਾਸ ਬਣਾਉਂਦੇ ਹਨ। ਕੁਝ ਗੱਲਾਂ 400-500 ਸਾਲ ਪਹਿਲਾਂ ਹੋਈਆਂ ਜਿਹਦਾ ਅੱਜ ਦੀ ਪੀੜ੍ਹੀ ਨਾਲ ਕੋਈ ਸਾਰੋਕਾਰ ਨਹੀਂ। ਅੱਜ ਦੀ ਪੀੜ੍ਹੀ ਨੂੰ ਉਹਨਾਂ ਦੀਆਂ ਸਜ਼ਾਵਾਂ ਦੇਣ ਵਾਸਤੇ ਫਿਰ ਉਸ ਮਨ ਘੜਾਉਣ ਤੇ ਇਤਿਹਾਸ ਨੂੰ, ਉਹ ਵੀ ਮਨ ਘੜਾਉਣ ਤੇ ਇਤਿਹਾਸ ਬਹੁਤ ਜ਼ਿਆਦਾ ਹੈ। ਸਾਰਾ ਕੁਝ ਜੋ ਹੁੰਦਾ ਹੈ ਉਹ ਜੋ ਬੋਲਦੇ ਨੇ ਜ਼ਿਆਦਾਤਰ ਚ ਉਹਨਾਂ ਝੂਠ ਹੁੰਦਾ ਹੈ। ਉਸ ਨੂੰ ਵਰਤ ਕੇ ਲੋਕਾਂ ਨੂੰ ਫਿਰ ਉਹ ਗਲਤ ਦਿਸ਼ਾ ਵੱਲ, ਖਾਸ ਤੌਰ ਤੇ ਜਿਹੜੇ ਹਾਲੇ ਕੱਚ ਘੜ ਮੁੰਡੇ ਹੁੰਦੇ ਨੇ ਉਹਨਾਂ ਨੂੰ, ਜਿਹੜੇ ਹਾਲੇ ਨੇ ਸਿਆਣੇ ਨਹੀਂ ਹੋਏ ਹੁੰਦੇ, ਟੀਨ ਏਜ ਤੋਂ ਬਾਹਰ ਨਿਕਲ ਕੇ ਨਵੇਂ ਜਵਾਨ ਹੋਏ ਹੁੰਦੇ ਹਨ, ਖਾਤੇ ਉਹਨਾਂ ਵਿੱਚੋਂ ਬਹੁਤ ਸਾਰੇ ਕੋਲ ਕੰਮ ਵੀ ਨਹੀਂ ਹੁੰਦਾ ਕਰਨ ਨੂੰ, ਉਹਨਾਂ ਨੂੰ ਫਿਰ ਹਿੰਸਾ ਲਈ ਵਰਤਿਆ ਜਾਂਦਾ ਹੈ। ਇਸ ਲਈ ਸਮਾਜ ਨੂੰ ਇਹਦੇ ਬਾਰੇ ਚੇਤਨ ਕਰਨਾ ਬੜਾ ਜ਼ਰੂਰੀ ਹੈ, ਨਹੀਂ ਤੇ ਅਰਾਜਕਤਾ ਫੈਲ ਜਾਏਗੀ। ਇਹ ਨਿਸ਼ਾਨੇ ਤੇ ਘੱਟ ਗਿਣਤੀ ਕਿਉਂ ਹੁੰਦੀਆਂ ਨੇ ਇਹਨਾਂ ਸ਼ਕਤੀਆਂ ਦੇ ਨਿਸ਼ਾਨੇ ਤੇ? ਜੀ ਜਰਾ ਦੁਬਾਰਾ ਸੋ ਕੀ ਚੀਜ਼? ਮੈਂ ਇਹਨਾਂ ਸ਼ਕਤੀਆਂ ਦੇ ਨਿਸ਼ਾਨੇ ਤੇ, ਜਿਨ੍ਹਾਂ ਸ਼ਕਤੀਆਂ ਦੀ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਆਪਣੀ ਤਾਕਤ ਦੀ ਵਰਤੋਂ ਕਰਦੇ ਨੇ, ਉਹਨਾਂ ਦੇ ਨਿਸ਼ਾਨੇ ਤੇ ਘੱਟ ਗਿਣਤੀ ਹੀ ਕਿਉਂ ਉਹਨਾਂ ਦੇ ਮਤਲਬ ਕਿ ਪ੍ਰਭਾਵ ਹੇਠ ਆ ਜਾਂਦੀ ਹੈ, ਜਾਂ ਉਹੀ ਉਸ ਨੂੰ ਕਿਉਂ ਸਿਰਫ ਘੱਟ ਗਿਣਤੀ ਨੂੰ ਕਿਉਂ ਨਿਸ਼ਾਨੇ ਤੇ ਰੱਖਦੇ ਨੇ? ਕਿਉਂਕਿ ਉਹਨਾਂ ਦੀ ਨੀਤੀ ਹੈ। ਉਹ ਸਮਝਦੇ ਹਨ ਕਿ ਜਿਹੜੀਆਂ ਘੱਟ ਗਿਣਤੀਆਂ ਹਨ ਉਹ ਇਸ ਦੇਸ਼ ਦਾ ਬਰਾਬਰ ਦਾ ਹਿੱਸਾ ਨਹੀਂ। ਉਹਨਾਂ ਨੂੰ ਜਿਹੜੀ ਬਹੁ ਗਿਣਤੀ ਦੇ ਥੱਲੇ ਰਹਿਣਾ ਚਾਹੀਦਾ ਹੈ। ਇੱਥੇ ਜਾਂ ਤੇ ਬਾਹਰ ਚਲੇ ਜਾਣ, ਜੇ ਇੱਥੇ ਰਹਿਣਾ ਹੈ ਤਾਂ ਜਿਹੜੀ ਬਹੁ ਗਿਣਤੀ ਹੈ ਉਹਨਾਂ ਦੀ ਸੋਚ ਦੇ ਮੁਤਾਬਕ ਉਹਨਾਂ ਨੂੰ ਚੱਲਣਾ ਪਏਗਾ। ਇਹ ਕੇਵਲ ਘੱਟ ਗਿਣਤੀ ਬਸ ਧਰਮ ਦੇ ਆਧਾਰ ਤੇ ਨਹੀਂ, ਜਿਹੜੇ ਹਿੰਦੂ ਧਰਮ ਵਿੱਚ ਵੀ ਜਿਹੜੇ ਦਲਿਤ ਹਨ ਉਹਨਾਂ ਦੇ ਪ੍ਰਤੀ ਵੀ ਉਹਨਾਂ ਦੇ ਮਨ 'ਚ ਕੋਈ ਪਿਆਰ ਮੁਹੱਬਤ ਨਹੀਂ ਹੈ। ਉਹਨਾਂ ਨੂੰ ਵੀ ਉਹ ਧਨ ਉਸੇ ਢੰਗ ਨਾਲ ਹੀ ਦੇਖਦੇ ਹਨ, ਪਰ ਲੇਕਿਨ ਉਹ ਫਿਰ ਮੌਕੇ ਸਿਰ ਉਹਨਾਂ ਬਾਰੇ ਹਲੇ ਬੋਲਦੇ ਨਹੀਂ। ਯਾਨੀ ਕਈ ਦਫਾ ਨਹੀਂ ਬੋਲਦੇ, ਕਈ ਦਫਾ ਬੋਲ ਵੀ ਪੈਂਦੇ ਨੇ। ਜੇ ਤੁਸੀਂ ਨਿੱਜੀ ਤੌਰ ਤੇ ਗੱਲ ਕਰੋਗੇ ਤਾਂ ਸਾਫ਼ ਬੋਲਦੇ ਨੇ, ਪਰ ਸਿਆਸੀ ਤੌਰ ਤੇ ਸਟੇਜਾਂ ਤੋਂ ਕਈ ਵਾਰੀ ਗੁਰੇਜ਼ ਕਰਦੇ ਨੇ, ਕਿਉਂਕਿ ਉਹਨਾਂ ਦਾ ਜੋ ਮੰਤਵ ਹੈ ਵੀ ਸੱਤਾ ਨੂੰ ਕਾਇਮ ਕਰਨਾ, ਮਜ਼ਬੂਤ ਕਰਨਾ, ਉਸ ਤੋਂ ਬਾਅਦ ਫਿਰ ਜੋ ਹੈ ਜਿਸ ਕਿਸਮ ਦਾ ਰਾਜ ਸਥਾਪਿਤ ਕਰਨਾ ਚਾਹਣ ਉਹ ਆਪਣੇ ਕਰੀ ਜਾਣ। ਇਹ ਉਹਨਾਂ ਦੀ ਸੋਚ ਦੇ। ਬਿਲਕੁਲ। ਡਾਕਟਰ ਸਾਹਿਬ ਇੱਕ ਹੋਰ ਮੇਰੇ ਧਿਆਨ ਵਿੱਚ, ਤੁਸੀਂ ਜਿਵੇਂ ਪਹਿਲਾਂ ਕਿਹਾ ਕਿ ਉਹ ਹਥਿਆਰਾਂ ਦੀ ਸਪਲਾਈ, ਕਿ ਅਜਿਹਾ ਵਰਗ ਵੀ ਹੈ ਜਿਹੜਾ ਚਾਹੁੰਦਾ ਹੈ ਕਿ ਹਥਿਆਰਾਂ ਦੀ ਸਪਲਾਈ ਹੋਵੇ, ਤੇ ਉਹ ਜਾਣਬੁੱਝ ਕੇ ਜੰਗ ਛਿੜਨ ਦੀ ਇੱਕ ਪਲੈਨਿੰਗ ਕਰਦਾ ਹੈ, ਫਿਰ ਉਸ ਤੋਂ ਬਾਅਦ ਜੰਗ ਛਿੜਦੀ ਹੈ, ਫਿਰ ਉਹਨਾਂ ਦੀ ਮਾਰਕੀਟਿੰਗ ਜਿਹੜੀ ਹੈ, ਹਥਿਆਰਾਂ ਦੀ ਸਪਲਾਈ ਜਿਹੜੀ ਹੈ ਉਹ ਵੱਧਦੀ ਹੈ, ਫਿਰ ਉਹ ਮੰਗ ਵੱਧਦੀ ਹੈ, ਫਿਰ ਉਹ ਉਸ ਪਾਸੇ ਵੱਲ ਬਿਜ਼ਨਸ ਜਿਹੜਾ ਮਾਈਂਡਡ ਨੇ ਲੋਕ, ਉਹ ਇਹ ਚਾਹੁੰਦੇ ਨੇ ਕਿ ਮੁਲਕਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਹਿੰਸਾ ਭੜਕੇ ਤੇ ਦੰਗੇ ਹੋਣ ਤੇ ਉਹ ਆਪਣਾ ਵਪਾਰ ਜਿਹੜਾ ਉਹਨੂੰ ਪ੍ਰਫੁੱਲਤ ਕਰ ਸਕਣ। ਇਸ ਨੂੰ ਸਰਕਾਰਾਂ ਕਿਉਂ ਨਹੀਂ ਰੋਕਦੀਆਂ ਇਹਨਾਂ ਚੀਜ਼ਾਂ ਨੂੰ, ਜਦੋਂ ਪਤਾ ਹੈ ਸਾਰਾ ਕੁਝ? ਇਹ ਸਰਕਾਰਾਂ ਵਿੱਚ ਵੀ ਉਹਨਾਂ ਦਾ ਹਿੱਸਾ ਹੀ ਹਨ ਨਾ। ਜਿਹੜੀਆਂ ਸਰਕਾਰਾਂ ਹੈ, ਮੰਨ ਲਓ ਤੁਸੀਂ ਅਮਰੀਕਨ ਐਡਮਿਨਿਸਟ੍ਰੇਸ਼ਨ ਲਓ, ਅਮਰੀਕਨ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੀ ਜਿਹੜੀ ਇਕੋਨਮੀ ਹੈ ਅਮਰੀਕਾ ਦੀ, ਉਹੀ ਹਥਿਆਰਾਂ ਤੇ ਬੇਸ ਜਿਹੜੀ ਇਹ ਇੰਡਸਟਰੀ ਹੈ ਉਸ ਤੇ ਚੱਲਦੀ ਹੈ। ਇਸੇ ਲਈ ਉਹ ਜੋ ਹਨ, ਤੁਸੀਂ ਦੇਖਦੇ ਹੋ ਕਿ ਕਦੇ ਉਹਨਾਂ ਨੇ ਹਮਲਾ ਕਰਤਾ ਇਰਾਕ ਤੇ, ਉਹਦੇ ਤੇਲ ਤੇ ਕਬਜ਼ਾ ਕਰਨ ਲਈ, ਕਦੇ ਅਫਗਾਨਿਸਤਾਨ ਤੇ, ਕਦੇ ਕਿਧਰੇ, ਉਹਨਾਂ ਦੇ ਉੱਪਰ ਉਹ ਫਿਰ ਕਬਜ਼ਾ ਕਰਨਾ ਚਾਹੁੰਦੇ ਹਨ। ਇਸੇ ਢੰਗ ਨਾਲ ਹੀ ਜਿਹੜੇ ਹੋਰ ਮੁਲਕ ਵੀ ਨੇ, ਸਾਡੇ ਵਰਗੇ ਦੇਸ਼ ਵੀ ਨੇ, ਸਾਨੂੰ ਵੀ ਉਲਝਾ ਦਿੱਤਾ ਜਾਂਦਾ ਹੈ ਐਸੇ ਮਾਹੌਲ ਵਿੱਚ। ਹੁਣ ਜਿਵੇਂ ਭਾਰਤ ਪਾਕਿਸਤਾਨ ਦੀ ਤੁਸੀਂ ਮਿਸਾਲ ਲਓ, ਰੌਲਾ ਕੀ ਹੈ? ਅਸੀਂ ਇਕੱਠੇ ਕਿਉਂ ਨਹੀਂ ਰਹਿ ਸਕਦੇ ਮਿਲ ਜੁਲ ਕੇ? ਲੇਕਿਨ ਅਸੀਂ ਨਹੀਂ, ਇੰਨੇ ਸਾਲ ਹੋ ਗਏ ਉੱਥੇ ਹੀ ਫਿਰਦੇ ਹਾਂ ਅਸੀਂ, ਉਹੀ ਗੱਲਾਂ। ਬਲਕਿ ਹਾਲਾਤ ਦਿਨ ਪਰ ਦਿਨ 2 ਸਾਲ ਹੀ ਠੀਕ ਹੁੰਦੇ ਨੇ, ਫਿਰ 5-7 ਸਾਲ ਦੇ ਫਿਰ ਖਰਾਬ ਹੋ ਜਾਂਦੇ ਨੇ। ਤੁਸੀਂ ਪਾਕਿਸਤਾਨ ਜਾਣਾ ਚਾਹੋ ਵੀਜ਼ਾ ਨਹੀਂ ਮਿਲਦਾ, ਉਹ ਇੱਥੇ ਆਉਣਾ ਚਾਹਣ ਉਹਨਾਂ ਨੂੰ ਵੀਜ਼ਾ ਨਹੀਂ ਮਿਲਦਾ। ਹਥਿਆਰ ਉਹ ਵੀ ਖਰੀਦਦੇ ਨੇ, ਹਥਿਆਰ ਅਸੀਂ ਵੀ ਖਰੀਦਦੇ ਹਾਂ। ਇਸ ਟਾਈਮ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਇੰਪੋਰਟ ਕਰਦਾ ਹਥਿਆਰ। ਜੇ ਇਹੀ ਪੈਸਾ, ਅੱਜ ਦੇਖੋ ਪੈਂਡੈਮਿਕ ਦਾ, ਮਹਾਮਾਰੀ ਦਾ ਸੰਕਟ ਹੈ, ਇਸ ਵੇਲੇ ਕਿੰਨੇ ਪੈਸੇ ਦੀ ਲੋੜ ਹੈ? ਦੱਸੋ, ਕਿੰਨੇ ਇੰਤਹਾ ਪੈਸੇ ਦੀ ਲੋੜ ਹੈ।
ਉਸ ਪੈਸੇ ਨੂੰ ਜੇ ਅਸੀਂ ਪੈਸਾ ਹਥਿਆਰਾਂ ਦੇ ਬਰਬਾਦ ਕਰਾਂਗੇ, ਲੜਾਈਆਂ ਵਿੱਚ ਲਾਵਾਂਗੇ, ਕਿੰਨੀ ਬਰਬਾਦੀ ਹੈ, ਉਸ ਪੈਸੇ ਨੂੰ ਕਿਉਂ ਨਾ ਰੋਕ ਕੇ ਇੱਧਰ ਲਾਇਆ ਜਾਏ। ਸੋ ਉਹ ਇੱਕ ਮਾਨਸਿਕਤਾ ਹੈ, मतलब कि मिलजुल के रहना ये भी एक अच्छी मानसिकता है, लेकिन लड़ाई झगड़े करके रहना ये भी एक मानसिकता भी है ते सियासत भी है, ਬਿਲਕੁਲ राजनीति भी है। राजनीति तौर पे अपने ही मुल्क विच भावें उधर भावें इधर दोनों पासे ऐसियां शक्तियां ਹਨ ਉਹ ਸੱਤਾ ਵਿੱਚ ਤਾਂ ਹੀ ਰਹਿ ਸਕਦੀਆਂ ਹਨ ਜੇ ਇੱਕ ਦੂਸਰੇ ਦੇ ਖਿਲਾਫ ਭਾਵੇਂ ਕਸ਼ਮੀਰ ਦਾ ਰਾਗ ਲਾਪੀ ਜਾਣ, ਭਾਵੇਂ ਇਹ ਜੋ ਪਾਕਿਸਤਾਨ ਸਾਰਾ ਦਿਨ ਮੀਡੀਆ ਦਾ ਇੱਕ ਸੈਕਸ਼ਨ ਕਰੀ ਜਾਵੇ, ਉਹ ਸੱਤਾ ਵਿੱਚ ਤਾਂ ਹੀ ਰਹਿ ਸਕਦੀਆਂ ਹਨ। ਇਸ ਲਈ ਮੈਂ ਸਮਝਦਾ ਕਿ ਜਿਹੜਾ ਮੀਡੀਆ ਹੈ ਸਾਡਾ, ਉਹਦੀ ਬਹੁਤ ਵੱਡੀ ਭੂਮਿਕਾ ਅਜੋਕੇ ਯੁੱਗ ਵਿੱਚ ਹੋ ਗਈ ਹੈ। ਜੇ ਅਗਰ ਉਹ ਠੀਕ ਗੱਲਾਂ ਦਿਖਾਏ, ਨਾ ਗਲਤ ਪਾਸੇ ਲੋਕਾਂ ਨੂੰ ਲੈ ਕੇ ਜਾਏ, ਤੇ ਹਾਲਾਤ 'ਚ ਫਰਕ ਪੈਣ 'ਚ ਸਹਾਈ ਹੋ ਸਕਦਾ। ਜੀ, ਪਰ ਡਾਕਟਰ ਸਾਹਿਬ ਕਿਤੇ ਨਾ ਕਿਤੇ ਲੱਗਦਾ ਨਹੀਂ, ਮੇਰਾ ਆਖਰੀ ਸਵਾਲ ਹੈ ਕਿ ਲੋਕਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਜਦੋਂ ਉਹਨਾਂ ਨੂੰ ਹਰ ਵੇਲੇ ਲਗਾਤਾਰ ਟੀਵੀ ਦੀ ਸਕਰੀਨ ਤੇ ਜਾਂ ਮੋਬਾਈਲਾਂ ਦੇ ਵਿੱਚ ਇਹੀ ਪਰੋਸਿਆ ਜਾਂਦਾ ਹੈ ਕਿ ਪਾਕਿਸਤਾਨ ਦੁਸ਼ਮਣ ਹੈ, ਜਾਂ ਆਹ ਮੁਲਕ ਦੁਸ਼ਮਣ ਹੈ, ਜਾਂ ਫਿਰਕਾ ਦੁਸ਼ਮਣ ਹੈ, ਜਾਂ ਆਹ ਜਾਤੀ ਦੇ ਲੋਕ ਦੁਸ਼ਮਣ ਨੇ ਸਾਡੇ, ਇਸ ਤਰੀਕੇ ਦੇ ਨਾਲ ਲੋਕਾਂ ਦਾ ਇੱਕ ਮਾਈਂਡ ਸੈਟ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਪ੍ਰਿਪੇਅਰ ਕੀਤਾ ਜਾਵੇ ਕਿਸ ਤਰੀਕੇ ਦੇ ਨਾਲ। ਇਹ ਆਪਾਂ ਇਹ ਨਹੀਂ ਕਿ ਇਕੱਲੇ ਆਪਾਂ ਅੱਜ ਜੇ ਸੱਤਾ ਦੀ ਗੱਲ ਕਰੀਏ ਤੇ ਅੱਜ ਬੀਜੇਪੀ ਸੱਤਾ ਦੇ ਵਿੱਚ ਹੈ ਤਾਂ ਸ਼ਾਇਦ ਉਹ ਇਹ ਕੰਮ ਕਰਦੀ ਹੈ। ਪਿਛਲੀਆਂ ਸਰਕਾਰਾਂ ਵੀ ਕਿਤੇ ਨਾ ਕਿਤੇ ਇਸ ਚੀਜ਼ ਲਈ ਜ਼ਿੰਮੇਵਾਰ ਰਹੀਆਂ ਨੇ, ਭਾਵੇਂ ਉਹ ਕਾਂਗਰਸ ਦੀ ਹੋਵੇ। ਦੇਖੋ, ਸਰਕਾਰਾਂ ਤੇ ਕੰਮ ਕਰਦੀਆਂ। ਤੁਸੀਂ ਬੀਜੇਪੀ ਦੀ ਹੁਣ ਗੱਲ ਕੀਤੀ, ਰਾਜਨੀਤਿਕ ਗੱਲ ਹੈ ਕਿ ਬਾਕੀ ਸਰਕਾਰਾਂ ਵੀ ਇਸ ਤਰ੍ਹਾਂ ਦੇ ਮਾਹੌਲ ਨੂੰ ਵਰਤਦੀਆਂ ਰਹੀਆਂ, ਪਰ ਬੀਜੇਪੀ 'ਚ ਉਹਨਾਂ 'ਚ ਫਰਕ ਕੀ ਹੈ? ਬੀਜੇਪੀ ਦੀ ਇਹ ਤੈਅਸ਼ੁਦਾ ਨੀਤੀ ਹੈ ਇਹ ਸਭ ਕੁਝ ਕਰਵਾਉਣਾ। ਹੋਰ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਭਾਰਤ ਵਿੱਚ ਹੋ ਸਕਦੀ ਹੈ, ਕੋਈ ਛੋਟੇ ਮੋਟੇ ਪਾਰਟੀਆਂ ਦੀ, ਕਿਸੇ ਵੀ ਪ੍ਰਮੁੱਖ ਪਾਰਟੀ ਦੀ ਇਹ ਤੈਅਸ਼ੁਦਾ ਨੀਤੀ ਨਹੀਂ ਹੈ। ਮੈਂ ਇਸ ਗੱਲ ਤੇ ਸਾਫ਼ ਹਾਂ, ਜੋ ਮੇਰੀ ਅੰਡਰਸਟੈਂਡਿੰਗ ਹੈ। ਕੋਈ ਮੇਰੇ ਨਾਲ ਵੱਖਰੀ ਵੀ ਸੋਚ ਰੱਖ ਸਕਦਾ ਹੈ। ਦੂਜੀਆਂ ਪਾਰਟੀਆਂ ਨੇ, ਵੱਡੀਆਂ ਪਾਰਟੀਆਂ ਨੇ, ਕਾਂਗਰਸ ਨੇ ਵੀ ਇਹ ਸਭ ਕੁਝ ਨੂੰ ਵਰਤਿਆ ਆਪਣੇ ਮਾਹੌਲ ਦੇ ਮੁਤਾਬਿਕ, ਉਹਦੇ ਕਰਕੇ ਨੁਕਸਾਨ ਵੀ ਹੋਇਆ ਮੁਲਕ ਨੂੰ। ਪਰ ਬੀਜੇਪੀ ਦੀ ਤੇ ਤੈਅਸ਼ੁਦਾ ਨੀਤੀ ਹੈ, ਕਿਉਂਕਿ ਜੇ ਇਤਿਹਾਸ ਵਿੱਚ ਅੱਧਾ ਕੁ ਮਿੰਟ ਮੈਨੂੰ ਹੋਰ ਦੇ ਦਿਓ, ਇਹ ਬ੍ਰਿਟਿਸ਼ ਪੀਰੀਅਡ ਦੇ ਵਿੱਚ ਬ੍ਰਿਟਿਸ਼ਰਸ ਦੇ ਨਾਲ ਸੀ, ਠੀਕ ਹੈ ਨਾ। ਇਹ ਤੇ ਹੁਣ ਸਾਫ਼ ਮਤਲਬ ਸਾਹਮਣੇ ਨੇ ਤੱਥ। ਇਹ ਕੋਈ ਚਿੱਠੀਆਂ ਦੋ ਕੰਪੇਅਰ ਹੁੰਦੀਆਂ ਸਾਵਰਕਰ ਦੀਆਂ ਤੇ ਆਦਿ ਭਗਤ ਸਿੰਘ ਦੀ। ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਮਾਫੀ ਮੰਗੋ, ਤੇ ਭਗਤ ਸਿੰਘ ਨੇ ਕਿਹਾ ਮੈਂ ਤੇ ਜੰਗੀ ਕੈਦੀ ਹਾਂ, ਮੈਨੂੰ ਗੋਲੀ ਮਾਰੋ। ਲੇਕਿਨ ਸਾਵਰਕਰ ਨੇ 6 ਵਾਰੀ ਚਿੱਠੀ ਲਿਖੀ ਅੰਗਰੇਜ਼ਾਂ ਨੂੰ ਕਿ ਮੈਨੂੰ ਮਾਫੀਨਾਮਾ ਦੇ ਦਿਓ, ਮੈਂ ਬਾਹਰ ਆ ਕੇ ਤੁਹਾਡੇ ਨਾਲ ਰਲ ਕੇ ਕੰਮ ਕਰਾਂਗਾ, ਤੇ ਉਹਨੇ ਕੀਤਾ। ਤੇ ਗੌਡਸੇ ਸਾਡੇ ਮੁਲਕ ਦਾ ਪਹਿਲਾ ਅੱਤਵਾਦੀ ਹੋਇਆ। ਅੱਤਵਾਦੀ ਕਾਰਾ ਸੀ ਨਾ, ਉਹਨੂੰ ਸੀ ਹੁਣ ਤੱਕ ਕਿਹਾ ਨਹੀਂ, ਪਰ ਹੁਣ ਤਾਂ ਸਾਹਮਣੇ ਆ ਗਿਆ ਅੱਤਵਾਦੀ ਕਾਰਾ। ਸੋ ਉਸ ਤੋਂ ਬਾਅਦ ਵੀ ਜਿਹੜੇ ਇਹਨਾਂ ਦੇ ਹੋਰ ਵਿਚਾਰਕ ਨੇ, ਭਾਵੇਂ ਉਹ ਹੈਡਗੇਵਾਰ ਹੋਇਆ ਆਰਐਸ ਦਾ, ਭਾਵੇਂ ਉਹ ਗੋਲਵਾਲਕਰ ਹੋਇਆ ਹੋਏ, ਇਹਨਾਂ ਨੇ ਇਸੇ ਕਿਸਮ ਦੀ ਨੀਤੀ ਨੂੰ ਪ੍ਰਚਾਰਿਆ। ਗੋਲਵਾਲਕਰ ਨੇ ਤੇ ਕਿਹਾ ਭਗਤ ਸਿੰਘ ਉਹਨਾਂ ਦੇ ਬਾਰੇ ਕਿ ਇਹ ਮੁੰਡੇ ਦਲੇਰ ਤੇ ਨੇ, ਪਰ ਇਹ ਕੁਰਾਹੇ ਪਏ ਨੇ। ਦੇਖੋ, ਮੇਰੀ ਸੋਚ ਉਹਨਾਂ ਦੀ ਸੋਚ ਸਿੱਧਾ ਫਰਕ ਹੈ। ਮੈਂ ਭਗਤ ਸਿੰਘ ਨੂੰ ਨਾਇਕ ਮੰਨਦਾ, ਉਹ ਕਹਿੰਦੇ ਕੁਰਾਹੇ ਪਏ ਨੇ, ਫਰਕ ਹੋ ਗਿਆ ਨਾ। ਇਸ ਲਈ ਜੋ ਹੈ ਇਹ ਉਹਨਾਂ ਦੀ ਇਹ ਤੈਅਸ਼ੁਦਾ ਨੀਤੀ ਹੈ। ਇਸ ਲਈ ਤੁਸੀਂ ਇਹਨਾਂ ਨੂੰ, ਇਹ ਜੋ ਬੀਜੇਪੀ ਸੱਤਾ ਵਿੱਚ ਆਈ ਹੈ, ਇਹ ਸੱਤਾ ਪਰਿਵਰਤਨ ਨਹੀਂ ਹੋਇਆ, ਇਹ ਬਕਾਇਦਾ ਇੱਕ ਵਿਚਾਰਿਕ ਪਰਿਵਰਤਨ ਇਸ ਮੁਲਕ 'ਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡਾ ਮੁਲਕ ਧਰਮ ਨਿਰਪੱਖ, ਲੋਕਤੰਤਰਿਕ, ਇਹ ਸਾਡੇ ਜੋ ਪੁਰਖੇ ਸੀ ਉਹਨਾਂ ਦੀ ਇਹ ਦ੍ਰਿਸ਼ਟੀਕੋਣ ਸੀ। ਭਾਵੇਂ ਉਹ ਗਾਂਧੀ ਹੋਣ, ਭਾਵੇਂ ਨਹਿਰੂ ਹੋਣ, ਤੇ ਭਾਵੇਂ ਭਗਤ ਸਿੰਘ ਹੋਏ, ਜਾਂ ਕੋਈ ਕਮਿਊਨਿਸਟ ਹੋਣ, ਜਾਂ ਕੋਈ ਸੋਸ਼ਲਿਸਟ ਹੋਣ, ਇਹਨਾਂ ਦੀ ਇਹ ਜਾਂ ਸਾਡੇ ਗਦਰੀ ਬਾਬੇ ਹੋਣ, ਇਹ ਸਭ ਦਾ ਦ੍ਰਿਸ਼ਟੀਕੋਣ ਸੀ ਕਿ ਅਸੀਂ ਸਾਰੇ ਰਲ ਮਿਲ ਕੇ ਰਹਿਣਾ। ਇਹ ਮਹਾਨ ਦੇਸ਼ ਹੈ ਸਾਡਾ, ਮਹਾਨ ਇਤਿਹਾਸ ਹੈ। ਇਹ ਉਹਦੇ ਖਿਲਾਫ ਲੋਕ ਨੇ, ਇਹ ਬੜੇ ਸੌੜੇ ਲੋਕ ਨੇ ਸੋਚ ਵਾਲੇ। ਇਹ ਇਸ ਨੂੰ ਸਿਰਫ ਉਹ ਪੁਰਾਤਨ ਯੁੱਗ, ਮੈਂ ਪੁਰਾਤਨ ਯੁੱਗ ਆਖਣਾ, ਇੱਕ ਸੀਗਾ ਯੁੱਗ, ਅੱਜ ਆਧੁਨਿਕ ਯੁੱਗ ਹੈ। ਉਸ ਦੇ ਵਿੱਚ ਮੱਧਕਾਲੀਨ ਯੁੱਗ ਆਇਆ, ਅਲੱਗ-ਅਲੱਗ ਯੁੱਗ ਆਏ ਨਾ ਤੇ ਸਮਾਜ ਦੇ ਵਿੱਚ ਇਹਦੇ ਵਿੱਚ ਹਰ ਯੁੱਗ ਦੇ ਵਿੱਚ ਪਰਿਵਰਤਨ ਹੁੰਦੇ ਨੇ। ਅੱਜ ਜੋ ਸਮਾਂ ਹੈ, ਸਾਨੂੰ ਅਜੋਕੇ ਸਮੇਂ ਵਿੱਚ, ਜਦੋਂ ਕਿ ਵਿਗਿਆਨ ਦਾ ਸਮਾਂ ਹੈ, ਇੱਕ ਮਨੁੱਖ ਇੱਕੋ ਹੀ ਵਰਗੇ ਹਾਂ ਅਸੀਂ ਸਾਰੇ। ਕੋਈ ਆਪਣੇ ਗੁਰਦੁਆਰਾ ਸਾਹਿਬ ਜਾਂਦਾ ਹੈ, ਕੋਈ ਮਸਜਿਦ ਜਾਂਦਾ ਹੈ,
ਕੋਈ ਮੰਦਰ ਜਾਂਦਾ ਹੈ, ਕੋਈ ਗਿਰਜੇ ਜਾਂਦਾ ਹੈ, ਜਿੱਥੇ ਮਰਜ਼ੀ ਜਾਇਓ, ਜਾਂ ਕੋਈ ਨਹੀਂ ਵੀ ਜਾਂਦਾ, ਉਹਦੀ ਮਰਜ਼ੀ ਹੈ। ਤੁਸੀਂ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੇ ਕਿ ਤੂੰ ਮਤਲਬ ਮੰਦਰ ਹੀ ਜਾ। ਇਹ ਨਹੀਂ ਹੋ ਸਕਦਾ। ਇਸ ਮੁਲਕ ਫਿਰ ਤੇ ਇਹ ਜੋ ਆਈਡੀਆ ਆਫ ਇੰਡੀਆ ਉਹ ਖਤਮ ਹੋ ਗਿਆ ਨਾ। ਬਿਲਕੁਲ। ਇੰਡੀਆ ਇਜ਼ ਅ ਡਿਫਰੈਂਟ ਟਾਈਪ ਆਫ ਕੰਟਰੀ। ਹਿੰਦੁਸਤਾਨ ਨੇ ਦੁਨੀਆ ਨੂੰ ਇੱਕ ਰਾਹ ਦਿਖਾਇਆ ਕਿ ਧਰਮ ਨਿਰਪੱਖ ਲੋਕਤਾਂਤਰਿਕ ਸਮਾਜ ਨੂੰ ਬਣਾਇਆ ਤੇ ਵਧਾਇਆ ਜਾ ਸਕਦਾ ਹੈ। ਅੱਜ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ ਤੁਸੀਂ ਪਹਿਲੇ ਵੀ ਇੱਕ ਸਵਾਲ ਕੀਤਾ ਸੀ, ਅੱਜ ਮੈਂ ਸਮਝਦਾ ਕਿ ਜਿਹੜੇ ਚੇਤਨ ਲੋਕ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ। ਸਮਾਜ ਸੁਧਾਰਕਾਂ ਨੂੰ ਕੰਮ ਕਰਨ ਦੀ ਲੋੜ ਹੈ। ਗਲਤ ਸੋਚ ਦੇ ਖਿਲਾਫ, ਲੋਕਾਂ ਨੂੰ ਵੰਡੀਆਂ ਪਾਉਣ ਦੀ ਸੋਚ ਦੇ ਖਿਲਾਫ ਲੋਕਾਂ ਨੂੰ ਸਮਝਾਉਣ ਦੀ ਲੋੜ ਹੈ। ਇਤਿਹਾਸ ਨੂੰ ਸਹੀ ਦ੍ਰਿਸ਼ਟੀਕੋਣ ਦੇ ਨਾਲ ਪੇਸ਼ ਕਰਨ ਦੀ ਲੋੜ ਹੈ। ਇੱਥੇ ਪੁੰਜ ਗਏ ਪਿਛਲੇ ਕੁਝ ਸਮਾਂ 'ਚ, ਇਸ ਕਰਕੇ ਇਹਨਾਂ ਨੂੰ ਵੀ ਤਾਕਤ ਮਿਲੀ ਹੈ, ਬਲ ਮਿਲਿਆ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਠੀਕ ਹੈ ਜੀ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਚਿੰਤਕ ਡਾਕਟਰ ਅਰੁਣ ਮਿੱਤਰਾ। ਗੱਲਬਾਤ ਕੀਤੀ ਹੈ ਅਸੀਂ ਕਿ ਹਿੰਸਾ ਦਾ ਰੁਝਾਨ ਲਗਾਤਾਰ ਜਿਹੜਾ ਉਹ ਖਤਰਨਾਕ ਵੀ ਹੈ ਤੇ ਉਹ ਵੱਧਦਾ ਕਿਉਂ ਜਾ ਰਿਹਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।